ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਰਿਤਰੋਪਖਿਆਨ ਉੱਪਰ ਜੋ ਵਿਚਾਰ ਲੜੀ ਚੱਲ ਰਹੀ ਹੈ, ਅੱਜ ਅਸੀਂ ਵਿਚਾਰ ਕਰਨ ਜਾ ਰਹੇ ਹਾਂ ਚਰਿੱਤਰ ਨੰਬਰ 95। ਇਹ ਜੋ ਕਹਾਣੀ ਹੈ ਬਿਲਕੁਲ ਬਿਨਾਂ ਕਿਸੇ ਆਧਾਰ ਤੋਂ, ਬਿਨਾਂ ਕਿਸੇ ਮਤਲਬ ਤੋਂ ਮੈਨੂੰ ਇੰਝ ਲੱਗਦਾ ਹੈ ਕਿ ਜਿਵੇਂ ਇਹਨਾਂ ਕਵੀਆਂ ਨੂੰ ਜਿਨ੍ਹਾਂ ਨੇ ਇਹ ਗ੍ਰੰਥ ਲਿਖਿਆ ਹੈ, ਇਹ ਕੰਮ ਦਿੱਤਾ ਗਿਆ ਸੀ ਕਿ ਤੁਸੀਂ ਐਡਾ ਵੱਡਾ ਗ੍ਰੰਥ ਲਿਖਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਵੇ। ਉਹਦੇ ਵਿੱਚ ਜੋ ਕੁਝ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਲਿਖ ਦੇਣਾ। ਇੱਕ ਸ਼ਰਤ ਹੈ, ਉਹਦੇ ਸ਼ੁਰੂ ਵਿੱਚ ਅੱਛੀਆਂ ਗੱਲਾਂ ਹੋਣੀਆਂ ਚਾਹੀਦੀਆਂ, ਬਾਕੀ ਵਿੱਚ ਜੋ ਤੁਸੀਂ ਚਾਹੋ ਜਿਵੇਂ ਤੁਸੀਂ ਚਾਹੋ ਲਿਖ ਦੇਵੋ। ਸਾਨੂੰ ਉਹਦਾ ਸਾਈਜ਼ ਜਿਹੜਾ ਹੈ, ਉਹਦਾ ਵੋਲੀਊਮ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਚਾਹੀਦਾ। ਉਹ ਕਿਉਂ ਮੈਂ ਇੱਦਾਂ ਕਹਿ ਰਿਹਾ ਕਿ ਆਹ ਜਿਹੜੀ ਕਹਾਣੀ ਤੁਸੀਂ ਹੁਣ ਸੁਣਨੀ ਹੈ ਨਾ, ਇੱਕ ਹੋਰ ਬੇਨਤੀ ਕਰ ਦੇਵਾਂ, ਮੈਂ ਹਾਲੇ ਤੱਕ ਉਹੀ ਚਰਿੱਤਰ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਜਿਨ੍ਹਾਂ ਵਿੱਚ ਅਸ਼ਲੀਲਤਾ ਜਾਂ ਤਾਂ ਨਹੀਂ ਹੈ ਜਾਂ ਬਹੁਤ ਘੱਟ ਹੈ। ਅਸ਼ਲੀਲਤਾ ਵਾਲੇ ਚਰਿੱਤਰ ਹਾਲੇ ਮੈਂ ਸ਼ੁਰੂ ਨਹੀਂ ਕੀਤੇ। ਇਸ ਚਰਿੱਤਰ ਵਿੱਚ ਅਸ਼ਲੀਲਤਾ ਤਾਂ ਕੁਛ ਨਹੀਂ, ਪਰ ਇਹ ਕਹਾਣੀ ਫੋਕੜ ਹੈ, ਕੁਝ ਵੀ ਨਹੀਂ। ਉਹ ਮੈਨੂੰ ਤਾਂ ਕੁਝ ਸਮਝ ਨਹੀਂ ਆਇਆ, ਤੁਹਾਨੂੰ ਸਮਝ ਆਵੇ ਤਾਂ ਤੁਸੀਂ ਸੁਣ ਲਓ। ਇਹ ਚਰਿੱਤਰ ਨੰਬਰ 95 ਹੈ ਔਰ ਇਹ ਗ੍ਰੰਥ ਦੇ 1370 59 69 ਤੇ 70 ਪੰਨੇ ਉੱਤੇ ਅੰਕਿਤ ਹੈ। ਤੁਸੀਂ ਆਪ ਪੜ੍ਹ ਸਕਦੇ ਹੋ, ਜਿਹੜਾ ਰਤਨ ਸਿੰਘ ਜੱਗੀ ਜੀ ਨੇ ਲਿਖਿਆ ਹੋਇਆ ਗ੍ਰੰਥ ਅਰਥਾਂ ਵਾਲਾ। ਚੌਪਈ। ਇੱਕ ਜੱਟ ਦੀ ਪੁੱਤਰੀ ਪੈਦਾ ਹੋਈ, ਉਹ ਭਿੱਖਿਆ ਮੰਗਦੀ ਸਾਡੇ ਕੋਲ ਆਈ। ਹੁਣ ਆਹ ਜਿਹੜਾ ਨੁਕਤਾ ਹੈ, ਗੱਲ ਤਾਂ ਇੱਕ ਲਾਈਨ ਦੇ ਵਿੱਚ ਕਰ ਦਿੱਤੀ ਹੈ, ਪਰ ਨੁਕਤਾ ਇਹ ਕਹਿੰਦਾ ਹੈ ਕਿ ਉਹ ਜਿਹੜੀ ਔਰਤ ਸੀ, ਲੜਕੀ ਸੀ, ਉਹ ਕਵੀ ਦੇ ਕੋਲ ਆਈ। ਅਗਰ ਕਵੀ ਗੁਰੂ ਗੋਬਿੰਦ ਸਿੰਘ ਜੀ ਹਨ, ਜਿਵੇਂ ਕਿ ਇਸ ਗ੍ਰੰਥ ਨੂੰ ਗੁਰੂ ਕਿਰਤ ਮੰਨਣ ਵਾਲੇ ਕਹਿੰਦੇ ਹਨ, ਅਸੀਂ ਨਹੀਂ ਮੰਨਦੇ, ਉਹਨਾਂ ਅਨੁਸਾਰ ਉਹ ਲੜਕੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਈ। ਉਸ ਨੇ ਆਪਣਾ ਨਾਂ ਬਿੰਦੂ ਰੱਖਿਆ ਹੋਇਆ ਸੀ। ਹੋਰ ਦਾਸੀਆਂ ਨਾਲ ਬਹੁਤ ਧੋਖਾ ਕਰਦੀ ਸੀ। ਪਹਿਲਾਂ ਤਾਂ ਜੱਟ ਦੀ ਲੜਕੀ ਪੈਦਾ ਹੋਈ, ਭਿੱਖਿਆ ਮੰਗਦੀ ਹੋਈ ਸਾਡੇ ਕੋਲ ਆਈ, ਕਵੀ ਕੋਲ ਆਈ। ਹੁਣ ਜੋ ਉਹ ਪਹਿਲੀ ਵਾਰ ਆਈ ਤਾਂ ਫਿਰ ਉਹ ਦਾਸੀਆਂ ਨਾਲ ਬਹੁਤ ਧੋਖਾ ਕਰਦੀ ਸੀ। ਇਹ ਗੱਲ ਤਾਂ ਸਮਝ ਵਿੱਚ ਨਹੀਂ ਆਈ। ਉਹ ਤਾਂ ਅੱਜੇ ਹੀ ਆਈ ਸੀ ਤੇ ਪੁਰਾਣੀ ਕਹਾਣੀ ਕਿੱਥੋਂ ਜੁੜ ਗਈ ਵਿੱਚ। ਖੈਰ, ਕਿਉਂਕਿ ਬੇਸਲੈਸ ਬਿਨਾਂ ਕਿਸੇ ਆਧਾਰ ਤੋਂ ਗੱਲ ਕਰਨੀ ਆ, ਮਤਲਬ ਹਰ ਨੁਕਤਾ ਸਮਝਦੇ ਜਾਓ। ਉਸਨੇ ਮਿੱਟੀ ਦਾ ਡੋਲਾ ਲਿਆ, ਉਸ ਵਿੱਚ ਸਰੋਂ ਪਾ ਦਿੱਤੀ। ਉਹ ਮਿੱਟੀ ਦੇ ਡੋਲੇ ਵਿੱਚ ਸਰੋਂ ਪਾ ਦਿੱਤੀ। ਉਸ ਵਿੱਚ ਲੋਹੇ ਦੀਆਂ 4 ਕਿੱਲਾਂ ਪਾ ਕੇ ਉਸ ਦੇ ਪਿਛਵਾੜੇ ਵਿੱਚ ਦੱਬ ਗਈ। ਕਿਹਦੇ ਪਿਛਵਾੜੇ ਵਿੱਚ? ਕੋਈ ਮਤਲਬ ਸਮਝ ਆਇਆ? ਉਸ ਦੇ ਪਿਛਵਾੜੇ ਵਿੱਚ। ਕਿਹਦੇ ਪਿਛਵਾੜੇ ਵਿੱਚ? ਕੋਈ ਲੌਜਿਕ ਨਹੀਂ। ਆਪ ਆ ਕੇ ਰਾਜੇ ਨੂੰ ਦੱਸਿਆ। ਹੁਣ ਇੱਥੋਂ ਗੱਲ ਸਮਝ ਆਉਂਦੀ ਕਿ ਰਾਜੇ ਦੇ ਪਿਛਵਾੜੇ ਵਿੱਚ ਦੱਬ ਗਈ। ਪਹਿਲਾਂ ਕਹਾਣੀ ਕੋਈ ਸਮਝ ਨਹੀਂ ਆਈ। ਆਪ ਆ ਕੇ ਰਾਜੇ ਨੂੰ ਦੱਸਿਆ ਕਿ ਇੱਕ ਟੂਣਾ ਮੇਰੇ ਹੱਥ ਵਿੱਚ ਆਇਆ ਹੈ, ਜੇ ਤੁਸੀਂ ਕਹੋ ਤਾਂ ਲਿਆ ਕੇ ਵਿਖਾਵਾਂ। ਜੇ ਮੈਂ ਆਪ ਦੇ ਮੁਖ ਤੋਂ ਕੁਝ ਆਗਿਆ ਪ੍ਰਾਪਤ ਕਰਾਂ। ਮਤਲਬ ਉਸ ਜੱਟ ਦੀ ਲੜਕੀ ਨੇ, ਜਿਹੜੀ ਭਿੱਖਿਆ ਮੰਗਦੀ ਆਈ ਸੀ,
ਉਹ ਰਾਜੇ ਕੋਲ ਆਈ ਔਰ ਰਾਜੇ ਨੂੰ ਕਹਿਣ ਲੱਗੀ, ਇੱਕ ਟੂਣਾ ਮੇਰੇ ਹੱਥ ਲੱਗਾ ਹੈ, ਜੇ ਤੁਹਾਡਾ ਹੁਕਮ ਹੋਵੇ ਤਾਂ ਤੁਹਾਨੂੰ ਮੈਂ ਲਿਆ ਕੇ ਦਿਖਾਵਾਂ। ਰਾਜੇ ਨੇ ਕਿਹਾ ਕਿ ਲਿਆ ਕੇ ਵਿਖਾਓ। ਉਸਨੇ ਲਿਆ ਕੇ ਵਿਖਾ ਦਿੱਤਾ। ਇਸ ਤਰ੍ਹਾਂ ਨਾਲ ਸਭ ਦੇ ਮਨ ਵਿੱਚ ਭਰਮ ਪੈਦਾ ਹੋ ਗਿਆ। ਸਭ ਨੇ ਸੱਚ ਸੱਚ ਕਹਿ ਦਿੱਤਾ, ਪਰ ਉਸ ਦਾ ਭੇਦ ਕਿਸੇ ਨੇ ਨਾ ਸਮਝਿਆ। ਹੁਣ ਕਹਾਣੀ ਇਹ ਆ ਕਿ ਕਵੀ ਦੇ ਕੋਲ ਆਈ ਸੀ, ਫਿਰ ਰਾਜੇ ਕੋਲ ਚਲ ਗਈ, ਫਿਰ ਕਵੀ ਨੂੰ ਕਹਾਣੀ ਸੁਣਾਉਣ ਆਈ ਸੀ। ਉਹ ਬਾਅਦ ਵਿੱਚ ਕਿਵੇਂ ਪਤਾ ਲੱਗਾ ਕਵੀ ਨੂੰ? ਜਾਂ ਤਾਂ ਕਵੀ ਰਾਜ ਆਇਆ, ਜਾਂ ਤਾਂ ਕਵੀ ਰਾਜ ਆਇਆ, ਉਹ ਰਾਜਾ ਹੀ ਕਵੀ ਹੈ, ਜਾਂ ਤਾਂ ਇੰਝ ਹੈ। ਜਾਂ ਫਿਰ ਰਾਜੇ ਕੋਲ ਲੱਗ ਗਈ, ਕਵੀ ਕੋਲ ਲੱਗ ਗਈ, ਫਿਰ ਕਵੀ ਨੂੰ ਦੱਸਣ ਗਈ। ਕੋਈ ਸਿਰ ਪੈਰ ਨਹੀਂ। ਉਸਨੇ ਜਿਸ ਦਾਸੀ ਉੱਪਰ ਚੁਗਲੀ ਖਾਈ, ਉਸਨੇ ਉਸ ਜੱਟ ਦੀ ਲੜਕੀ ਨੇ ਕਿਸੇ ਦਾਸੀ ਦਾ ਨਾਂ ਲਿਆ, ਇਹ ਟੂਣਾ ਫਲਾਨੀ ਦਾਸੀ ਨੇ ਕੀਤਾ ਹੈ। ਉਸਨੇ ਜਿਸ ਦਾਸੀ ਉੱਪਰ ਚੁਗਲੀ ਖਾਈ, ਉਸ ਦਾਸੀ ਨੂੰ ਰਾਜੇ ਨੇ ਪਕੜ ਕੇ ਮੰਗਵਾਇਆ। ਉਸ ਨੂੰ ਕੋੜਿਆਂ ਦੀ ਬਹੁਤ ਮਾਰ ਪਈ, ਪਰ ਉਸਨੇ ਮੂੰਹ ਤੋਂ ਸੀ ਤੱਕ ਨਾ ਕਹੀ। ਉਦਾਸੀ ਜਿਹਦੀ ਸ਼ਿਕਾਇਤ ਕੀਤੀ ਵੀ ਇਹ ਟੂਣਾ ਕੀਤਾ ਹੈ, ਰਾਜੇ ਨੂੰ ਉਹਨੂੰ ਫੜ ਕੇ ਮੰਗਵਾਇਆ। ਉਸ ਨੂੰ ਬਹੁਤ ਸਾਰੇ ਕੋੜਿਆਂ ਦੀ ਮਾਰ ਪਈ, ਪਰ ਉਸਨੇ ਮੁੱਖ ਤੋਂ ਸੀ ਤੱਕ ਨਹੀਂ ਕੀਤਾ। ਮਾਰ ਪੈਣ 'ਤੇ ਵੀ ਉਹ ਬਿਲਕੁਲ ਨਾ ਮੰਨੀ। ਤਾਂ ਰਾਜੇ ਨੇ ਸਮਝਿਆ ਕਿ ਇਹ ਇਸਤਰੀ ਬਹੁਤ ਹੱਠ ਵਾਲੀ ਹੈ। ਉਹ ਦਾਸੀ ਜਿਸ ਨੂੰ ਮਾਰ ਪਈ, ਉਸਨੇ ਕੁਛ ਨਾ ਦੱਸਿਆ। ਰਾਜੇ ਨੇ ਸਮਝਿਆ ਕਿ ਇਹ ਬਹੁਤ ਹੱਠੀ ਹੈ। ਜਦ ਰਾਤ ਨੂੰ ਦਿਨ ਦੀ ਗੱਲ ਹੋਣ ਲੱਗੀ, ਜਦ ਤੱਤੇ ਤਵੇ ਉੱਤੇ, ਮਤਲਬ ਰਾਤ ਨੂੰ ਫਿਰ ਇਹ ਦਿਨ ਦੀ ਗੱਲ ਵਿਚਾਰ ਫਿਰ ਰਾਜੇ ਨੇ ਕੀਤੀ ਕਿ ਇਸ ਦਾ ਤੱਤੇ ਤਵੇ ਉੱਤੇ ਹੱਥ ਲਾਇਆ ਜਾਵੇ, ਤਾਂ ਇਹ ਸੱਚ ਦੱਸੇਗੀ। ਮਤਲਬ ਇੱਕ ਸਜ਼ਾ ਵੀ ਉਹਨੂੰ ਟੌਰਚਰ ਕੀਤਾ ਜਾਵੇ ਤਾਂ ਉਹ ਸੱਚ ਦੱਸੇਗੀ। ਪਰ ਹੋਇਆ ਕੀ, ਤਾਂ ਅੱਧੀ ਰਾਤ ਨੂੰ ਉਹ ਭੱਜ ਗਈ। ਉਹ ਦਾਸੀ ਜਿਹੜੀ ਸੀ ਅੱਧੀ ਰਾਤ ਨੂੰ ਭੱਜ ਗਈ। ਰਾਜੇ ਨੇ ਬੰਦੇ ਭੇਜ ਕੇ ਉਸ ਨੂੰ ਪਕੜ ਕੇ ਬੁਲਵਾ ਲਿਆ ਅਤੇ ਇੱਕ ਕੋਠੜੀ ਵਿੱਚ ਬੰਦ ਕਰਵਾ ਦਿੱਤਾ। ਉਸ ਨੂੰ ਜ਼ਹਿਰ ਮਿਲਿਆ ਖਾਣਾ ਖਵਾਇਆ ਅਤੇ ਉਸ ਨੂੰ ਮੌਤ ਦੇ ਘਰ ਪਹੁੰਚਾ ਦਿੱਤਾ। ਉਹਦੇ ਖਾਣੇ ਵਿੱਚ ਜ਼ਹਿਰ ਪਾ ਦਿੱਤੀ ਤੇ ਉਸ ਨੂੰ ਮਰਵਾ ਦਿੱਤਾ। ਹੁਣ ਇਹ ਤੁਸੀਂ ਕਹਾਣੀ ਸਮਝ ਲਓ, ਇਸ ਵਿੱਚੋਂ ਕਿਹੜੀ ਸਿੱਖਿਆ ਮਿਲਦੀ ਹੈ ਔਰ ਕਹਾਣੀ ਲਿਖਣ ਵਾਲੇ ਦਾ ਦਿਮਾਗ ਦਾ ਪੱਧਰ ਕੀ ਹੈ। ਕੀ ਸਾਡੇ ਦਸ਼ਮੇਸ਼ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਐਸੀਆਂ ਕੱਚੀਆਂ ਪਿੱਲੀਆਂ ਕਹਾਣੀਆਂ ਲਿਖਣ ਜਾਂ ਸਾਨੂੰ ਸੁਣਾਉਣ ਆਏ ਸਨ? ਹਰ ਸਿੱਖ ਕਹੇਗਾ ਨਹੀਂ, ਪਰ ਇਹ ਸਾਡੇ ਕਹੇ ਜਾਂਦੇ ਵਿਦਵਾਨ, ਸਾਡੇ ਜਥੇਦਾਰ ਇਹਨਾਂ ਕਹਾਣੀਆਂ ਨੂੰ ਜ਼ਬਰਦਸਤੀ ਸਾਡੇ ਉੱਤੇ ਮੜ੍ਹ ਰਹੇ ਨੇ। ਔਰ ਸਾਡੇ ਸਿੱਖ ਅਗਿਆਨਤਾਵਸ, ਕਿਉਂਕਿ ਗ੍ਰੰਥ ਆਪ ਪੜ੍ਹਦੇ ਨਹੀਂ, ਗੱਲ ਆਪ ਪੜ੍ਹਦੇ ਨਹੀਂ, ਸੁਣਦੇ ਨਹੀਂ, ਸਮਝਦੇ ਨਹੀਂ, ਸਿਰਫ ਸਟੇਜਾਂ ਤੋਂ ਸੁਣੀਆਂ ਸੁਣਾਈਆਂ ਗੱਲਾਂ ਲੈ ਕੇ ਆ ਕੇ ਇਹ ਵਿਚਾਰ ਚਰਚਾ ਕਰਦੇ ਨੇ, ਆ ਕੇ ਸਵਾਲ ਕਰਦੇ ਨੇ। ਕਿਉਂਕਿ ਜਿਹੜਾ ਸਾਡਾ ਵੈਰੀ ਹੈ ਨਾ, ਸਾਡਾ ਦੁਸ਼ਮਣ ਹੈ, ਉਹ ਬਹੁਤ ਡੂੰਘਾ ਸਾਜ਼ਿਸ਼ੀ ਹੈ। ਕਿਉਂਕਿ ਤ੍ਰਿਆ ਚਰਿੱਤਰ ਵਿੱਚੋਂ ਚੌਪਈ ਬਾਣੀ ਹੈ ਜੋ ਅੰਮ੍ਰਿਤ ਸੰਚਾਰ ਸਮੇਂ ਪੜ੍ਹੀ ਜਾਂਦੀ ਹੈ, ਜੋ ਬਹੁਤ ਹੀ ਚਲਾਕੀ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਵਿੱਚ ਉਸ ਨੂੰ ਸੋਦਰ ਦੇ ਪਾਠ ਸਮੇਂ ਵਿੱਚ ਫਿੱਟ ਕੀਤਾ ਹੈ। ਪਹਿਲਾਂ 9 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਸੋਦਰ ਤੇ ਸੋ ਪੁਰਖ ਸੰਕਲਨ ਦੇ ਵਿੱਚ ਜਿਹੜੇ ਲਿਖੇ ਹੋਏ ਨੇ, ਔਰ ਉਸ ਤੋਂ ਬਾਅਦ ਬੇਨਤੀ ਚੌਪਈ ਜੋ 404 ਚਰਿੱਤਰ ਦਾ ਹਿੱਸਾ 377 ਬੰਦ ਤੋਂ ਲੈ ਕੇ 401 ਬੰਦ ਤੱਕ ਉਹ ਵਿੱਚ ਫਿੱਟ ਕਰਤੀ। ਉਦੋਂ ਬਾਅਦ ਵਿੱਚ ਫਿਰ ਆਨੰਦ ਸਾਹਿਬ ਦੀਆਂ 6 ਪੌੜੀਆਂ ਤੇ ਭੋਗ ਵਾਲੇ 2 ਸ਼ਬਦ ਫਿੱਟ ਕਰਕੇ ਉਸ ਨੂੰ
उसने पक्का मेक श्योर किया साडे विरोधी ने कि हुण जिहड़ा भी सौदर का पाठ करेगा भी जे तो चौपाई नूं पिछे लाउंदा तो लोकी छड्ड देना सी, जे अगे लाउंदा तां भी छड्ड देना सी। उन्हां ने बड़ी चालबाजी नाल इस नूं उस शाम दे नितनेम दे विच फिट किया। और इत्थे ही बस नहीं, इन्हां ने होर कोई गुरुद्वारा बनया जां नहीं बनया, एक गुरुद्वारा उस स्थान एक स्थान ते बना के ये कह दिता इत्थे चौपाई साहब दी रचना हुई सी, गुरुद्वारा विभोर साहब। हुण दसो कोई मेरे वर्गा वीर संगतां नूं दसना चाहेगा तो आम संगत तो पढ़ती नहीं, उन्होंने पता ही नहीं कि ये बेईमानी तहत 404 4वें त्रिया चरित्र विचों ये अखीर चो कुछ बंद कढ़ के चौपाई बनाई गई है। ਜਾਂ ਤਾਂ पूरा बंद पढ़ो पता लगू की है, पूरे 405 ਉਹਦੇ बंद हैगे ने, पूरे 405 बंद पढ़ो ਤਾਂ पता लगू कि चौपाई की असलीयत की है। पर वो तो किसी ने पढ़ने नहीं, बस गुरुद्वारा बना दिता उन्होंने। हर जगह वो पक्की कर दी जिहड़ी मनमत साडे जे वाड़ नहीं सी ना, भावें कवि संतोख सिंह दा सूरज प्रकाश ग्रंथ होवे ਉਹਦੇ ਵਿੱਚ ਜਿਹੜੇ ਜਿਹੜੇ ਸਥਾਨਾਂ ਦੀ ਗੱਲ ਕੀਤੀ ਆ ਉੱਥੇ ਉੱਥੇ ਗੁਰਦੁਆਰਾ ਸਾਹਿਬ ਬਣਾ ਦਿੱਤੇ ਗਏ ਨੇ, ਤਾਂ ਕਿ ਜੋ ਕੋਈ ਮੇਰੇ ਵਰਗਾ ਰੱਦ ਵੀ ਕਰਨਾ ਚਾਹੇ ਤਾਂ ਸੰਗਤਾਂ ਪੁੱਛੇਗੀ ਲੈ ਗੁਰਦੁਆਰਾ ਝੂਠਾ ਹੀ ਬਣ ਗਿਆ, ਉੱਥੇ ਤਾਂ ਗੁਰਦੁਆਰਾ ਸਾਹਿਬ ਬਣਿਆ ਹੋਇਆ। ਤੇ ਸਾਨੂੰ ਜਿਹੜਾ ਜਾਲ ਪਾਇਆ ਗਿਆ, ਸਾਡੀ ਜੜੀ ਤੇਲ ਦਿੱਤਾ ਗਿਆ, ਇਹ ਕੋਈ ਸੌਖਾ ਕੰਮ ਨਹੀਂ। ਇੱਕ ਚਰਿੱਤਰਾਂ ਬਾਰੇ ਮੈਂ ਹੋਰ ਬੇਨਤੀ ਕਰ ਦੇਵਾਂ। ਚਰਿੱਤਰਾਂ ਦੇ ਵਿੱਚ मैं ये जानने की कोशिश की सी कि ये जिहड़े चरित्र ने लिखे किसने, ਜਾਂ पूरा बचित्र नाटक किसने लिखा, उससे कवि राम ते शाम की गल आउंदी है। फिर मैं जानना चाहया क्योंकि सिख धर्म दे विच तां जात पात नहीं है, इसमें सब में जोत जोत है, सोए वाला विधान है। फिर ਇਹ ਜਿਹੜੇ ਚਰਿੱਤਰ ਹੈ ਇਹਦੇ ਵਿੱਚ ਜਾਤ ਤੋਂ ਇਲਾਵਾ ਕੋਈ ਗੱਲ ਹੀ ਨਹੀਂ। ਜਿਵੇਂ ਅੱਜ ਦਾ ਚਰਿੱਤਰ ਪੜ੍ਹਿਆ, ਜੱਟ ਦੀ ਕੁੜੀ ਲੜਕੀ ਸੀ। ਇਹਨਾਂ ਚਰਿੱਤਰਾਂ ਦੇ ਵਿੱਚ ਸ਼ਾਹ ਦੀ, ਸ਼ਾਹਣੀ ਦੀ, ਬਣੀਏ ਦੀ, ਰਾਜੇ ਦੀ, ਰਾਣੀ ਦੀ, ਨੈਣ ਦੀ, ਕੁਮਾਰ ਦੀ, ਬਹੁਤ ਉਹਨਾਂ ਦੇ ਘਰ ਵਾਲੀਆਂ ਦੀ ਬੇਇੱਜ਼ਤੀ ਕੀਤੀ ਗਈ ਆ, ਉਹਨਾਂ ਨੂੰ ਘਟੀਆ ਸਿੱਧ ਕੀਤਾ ਗਿਆ। और सब तो ज़्यादा अगर किसी का जिक्र आता है वो आता जट के घर वाली, जट की। मैनूं इंज लगता क्योंकि सिख धर्म विच जो पुरातन सनातन धर्म नूं जिहड़ा भी विधान चल रहा सी, ज़्यादा लोग जट बरादरी विचों आए। ये जिहड़ा कवि है ये टारगेट जानबुझ के उस बरादरी नूं कर रहा, क्योंकि वो खार खांदा कि ये जिहड़े बंदे ने ये बहुत इंसल्ट करन योग ने, क्योंकि इन्हां ने सनातन धर्म नूं छड्ड के सिख धर्म अपनाया। और जिहड़ी खास गल नोट करन वाली है वो है जट नूं बड़ा मूर्ख ते उहदी घर वाली नूं बड़ी बेशर्म सिद्ध कीता। और पूरे 404 चरित्रां विच किते एक जगह भी किसी ब्राह्मण दे घर वाली नूं करैक्टरलैस चाल चालन तो गिरी हुई नहीं दिखाया। बाकी सारे तबकियां दियां औरतां नूं, भावें मुगल होवे, मुसलमान होवे, कोई होवे, सारियां नूं दिखाया, सारियां जातां दियां औरतां नूं दिखाया, पर किसी ब्राह्मणी नूं नहीं दिखाया। हाँ, ब्राह्मणी का एक बार जिक्र आउंदा है, उहदे विच चंगा काम करदे होए दिखाया कि राजे नूं मरण दा एक आकाशबाणी होई सी कि जे उसनूं बचाउणा तो कुछ 7 पुत्रां दी बली देवे तां राजा बच सकदा। तां उस वेले एक ब्राह्मणी ने, ब्राह्मण दे घर वाली ने अपने 7 पुत्रां दी बली दित्ती है। मतलब उसनूं पॉजिटिव वे ना दिखाया गया, उसने अपनी भी बली दित्ती, 7 पुत्रां दी बली दित्ती, अपने पति दी भी बली दित्ती। और एक जगह पंडित जी दी हेठी हुंदी दा दिखाई है, जदों एक बीबी जिहड़ी महाकाल दी सेवका सी
उसने पंडित नूं ज्ञान बख्शिश किया महाकाल का। उस वेले वो पंडित की बेइज्जती हुंदी दिखाई आ और पंडित नूं महाकाल का सिख उस बीबी ने बनाया शराब ते भंग पिला के। उत्थे थोड़ी जी पंडित जी की बेइज्जती हुई, पर पंडित के घर वाली की 404 चरित्रां विच किते भी बेइज्जती नहीं हुई। तो मैनूं इंज लगदा है कि ये जिहड़े चरित्र ने सारे दे सारे किसी ब्राह्मण बरादरी के बंदे दे लिखे हुए। मैं इस दे आधार ते कह रहा कि जिहड़ा सिੱਖੀ नाल खार खांदा, सिੱਖੀ विच भी खास तबका जिहड़ा जट बरादरी नाल संबंधित है उन्हां बाहली खार खांदा। को हर जगह जट नूं मूर्ख ते उहदी घर वाली नूं अश्लील दिखाया गया। सो अज दी विचार इन्नी की है, यही दसना सी कि ये सिर्फ 1428 पन्ने बनाने सन। ਉਹਦੇ ਵਿੱਚ जो गप झूठ अश्लीलता जो कुछ भर सकते भर दिता और असी इस नूं गुरु ग्रंथ साहब के बराबर प्रकाश कर दिता। गुरु के हुक्म का विरोध करते होया भी सिर्फ वो जिहड़ा सत्कार चौर तख्त के मालिक धन धन श्री गुरु ग्रंथ साहब जी हैं, पर असी अपनी मनमत हूड़ करके होर ग्रंथां नूं उस गुरु के तुल बना दिता। इस करके अज खमियाजा सारा सिख कौम भुगत रही है, वंडी गई है, टोटे टोटे हो गई है। उस दिन जिस दिन असी गुरु ग्रंथ साहब के लड़ लगांगे, उन्होंने पूर्ण सतगुरु मनांगे, उस दिन असी एकजुट हो सकांगे। अज के विचार इत्थे संकोचते हैं। फुल्लां चुक्कां दी माफ़ी। इक्को ही बेनती बार बार, जे विचार चंगी लगे तो मेरे चैनल नूं सबसक्राइब करो और वीडियो नूं अगे वध तों वध साझा करो। आओ फतेह बुलाइए। वाहिगुरू जी का खालसा, वाहिगुरू जी की फतेह।